हेलो सर, हाउ आर यू? ਹੈਲੋ ਡਾਕਟਰ ਵੈਭਵ, ਆਈ ਐਮ ਗੁੱਡ। ਤੁਸੀਂ ਸੁਣਾਓ? बस सर ठीक ठाक। ਸਰ ਮੈਂ ਤੁਹਾਨੂੰ ਪੁੱਛਣਾ ਸੀ ਕਿ ਸਾਡੇ ਕੋਲ ਅੱਜਕੱਲ ਹਾਈਪੋਥਾਇਰੋਇਡਿਜ਼ਮ ਦੇ ਮਰੀਜ਼ ਕਾਫੀ ਆ ਰਹੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਓਵਰਵੇਟ ਹੋਣਾ ਹੈ ਉਹ ਹਾਈਪੋਥਾਇਰੋਇਡਿਜ਼ਮ ਕਰਕੇ ਹੈ। ਤੁਹਾਡਾ ਇਸ ਬਾਰੇ ਸਰ ਕੀ ਕਹਿਣਾ ਹੈ ਤੇ ਮੈਨੂੰ ਦੱਸੋ ਕਿ ਹਾਊ ਕੈਨ ਵੀ ਸੋਲਵ ਦਿਸ ਪ੍ਰੋਬਲਮ। ਓਕੇ ਡਾਕਟਰ ਵੈਭਵ, ਆਈ ਗॉट योर ਪੁਆਇੰਟ। ਮੈਨੂੰ ਲੱਗਦਾ ਕਿ ਇਸ ਟੌਪਿਕ ਤੇ ਸਾਨੂੰ ਇੱਕ ਡਿਟੇਲਡ ਵੀਡੀਓ ਬਣਾ ਕੇ ਸਾਰਿਆਂ ਨੂੰ ਸਮਝਾਉਣਾ ਪੈਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਨਵਦੀਪ ਸਿੰਘ। ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਸਲਿਮ ਐਂਡ ਸਟਰੋਂਗ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਹਾਈਪੋਥਾਇਰੋਇਡਿਜ਼ਮ ਦੇ ਬਾਰੇ, ਜਿਸ ਦੇ ਮਰੀਜ਼ਾਂ ਦੀ ਗਿਣਤੀ ਭਾਰਤ ਵਿੱਚ ਕਾਫੀ ਜ਼ਿਆਦਾ ਹੈ। ਦ ਲੈਂਸੈਟ ਵਿੱਚ ਛਪੇ ਇੱਕ ਆਰਟੀਕਲ ਦੇ ਮੁਤਾਬਿਕ ਭਾਰਤ ਦੇ ਵਿੱਚ ਹਰ 10ਵਾਂ ਇਨਸਾਨ ਹਾਈਪੋਥਾਇਰੋਇਡਿਜ਼ਮ ਦੀ ਸਮੱਸਿਆ ਦਾ ਸ਼ਿਕਾਰ ਹੈ ਤੇ ਇਸ ਦੇ ਵਿੱਚੋਂ ਜ਼ਿਆਦਾਤਰ ਗਿਣਤੀ ਔਰਤਾਂ ਦੀ ਹੈ। ਹਾਈਪੋਥਾਇਰੋਇਡਿਜ਼ਮ ਕੀ ਹੈ? ਇਸ ਦੀਆਂ ਰਿਪੋਰਟਾਂ ਨੂੰ ਕਿਵੇਂ ਪੜ੍ਹਿਆ ਜਾਂਦਾ ਹੈ? T3, T4 ਤੇ TSH ਕੀ ਹਨ? ਕੀ ਹਾਈਪੋਥਾਇਰੋਇਡਿਜ਼ਮ ਦਾ ਤੁਹਾਡੇ ਮੋਟਾਪੇ ਨਾਲ ਕੋਈ ਸੰਬੰਧ ਹੈ? ਕੀ ਇਸ ਨੂੰ ਬਿਨਾਂ ਦਵਾਈ ਤੋਂ ਠੀਕ ਕੀਤਾ ਜਾ ਸਕਦਾ ਹੈ? ਇਹਨਾਂ ਸਾਰੇ ਸਵਾਲਾਂ ਦੇ ਵਿਗਿਆਨਿਕ ਜਵਾਬ ਜਾਣਨ ਲਈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਤਾਂ ਚਲੋ ਸ਼ੁਰੂ ਕਰਦੇ ਹਾਂ। ਹਾਈਪੋਥਾਇਰੋਇਡਿਜ਼ਮ ਅਸਲ ਦੇ ਵਿੱਚ ਦੋ ਸ਼ਬਦਾਂ ਦਾ ਸੁਮੇਲ ਹੈ, ਹਾਈਪੋ ਅਤੇ ਥਾਇਰੋਇਡਿਜ਼ਮ। ਹਾਈਪੋ ਦਾ ਮਤਲਬ ਹੁੰਦਾ ਹੈ ਨਾਰਮਲ ਤੋਂ ਘੱਟ ਅਤੇ ਥਾਇਰੋਇਡ ਹੋਰ ਕੁਝ ਨਹੀਂ ਬਲਕਿ ਸਾਡੀ ਗਰਦਨ ਦੇ ਅਗਲੇ ਹਿੱਸੇ ਦੇ ਵਿੱਚ ਪਿਆ ਇੱਕ ਤਿਤਲੀ ਦੇ ਸ਼ੇਪ ਦਾ ਅੰਗ ਹੈ, ਜਿਸ ਨੂੰ ਕਿ ਥਾਇਰੋਇਡ ਗਲੈਂਡ ਵੀ ਕਿਹਾ ਜਾਂਦਾ ਹੈ। ਸੋ ਹਾਈਪੋਥਾਇਰੋਇਡਿਜ਼ਮ ਦਾ ਮਤਲਬ ਹੋਇਆ ਸਾਡੇ ਥਾਇਰੋਇਡ ਗਲੈਂਡ ਦਾ ਲੋਡ ਨਾਲੋਂ ਘੱਟ ਕੰਮ ਕਰਨਾ, ਨਾਰਮਲ ਤੋਂ ਘੱਟ ਕੰਮ ਕਰਨਾ। ਪਰ ਥਾਇਰੋਇਡ ਗਲੈਂਡ ਦਾ ਸਾਡੇ ਸਰੀਰ ਦੇ ਵਿੱਚ ਕੰਮ ਕੀ ਹੈ? ਉਦਾਹਰਨ ਨਾਲ ਸਮਝਦੇ ਹਾਂ। ਮੰਨ ਲਓ ਕਿ ਦੀਵਾਲੀ ਆਉਣ ਵਾਲੀ ਹੈ ਤੇ ਤੁਸੀਂ ਆਪਣੇ ਘਰ ਦੇ ਵਿੱਚ ਪੇਂਟ ਕਰਵਾਉਣਾ ਚਾਹੁੰਦੇ ਹੋ, ਜਿਸ ਲਈ ਤੁਸੀਂ ਇੱਕ ਠੇਕੇਦਾਰ ਨਾਲ ਠੇਕਾ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਠੇਕੇਦਾਰ ਨੇ ਕੰਮ ਕਰਵਾਉਣ ਲਈ ਅੱਗੇ ਮਜ਼ਦੂਰ ਜਾਂ ਕਾਮੇ ਰੱਖੇ ਹੁੰਦੇ ਹਨ। ਸਾਡੇ ਸਰੀਰ ਦੇ ਵਿੱਚ ਉਹ ਠੇਕੇਦਾਰ ਥਾਇਰੋਇਡ ਗਲੈਂਡ ਹੈ, ਜਿਸ ਨੇ ਆਪਣਾ ਕੰਮ ਕਰਵਾਉਣ ਲਈ ਸਾਡੇ ਸਰੀਰ ਦੇ ਵਿੱਚ ਕੁਝ ਰਸਾਇਣ ਛੱਡਣੇ ਹੁੰਦੇ ਹਨ, ਜਿਨ੍ਹਾਂ ਦਾ ਨਾਮ ਹੈ ਥਾਇਰੋਇਡ ਹਾਰਮੋਨਸ। ਸ਼ਾਇਦ ਤੁਸੀਂ ਇਹਨਾਂ ਦਾ ਨਾਮ ਪਹਿਲਾਂ ਸੁਣਿਆ ਹੋਵੇ, T3 ਅਤੇ T4। ਵੈਸੇ ਤਾਂ ਸਾਡੇ ਸਰੀਰ ਦੇ ਵਿੱਚ T3 ਅਤੇ T4 ਕਈ ਸਾਰੇ ਕੰਮ ਕਰਦੇ ਹਨ, ਪਰ ਫਿਲਹਾਲ ਸਾਡੇ ਲਈ ਇਹੋ ਜਾਣਨਾ ਜ਼ਰੂਰੀ ਹੈ ਕਿ ਇਹ ਸਾਡੇ ਸਰੀਰ ਦੀ ਮਸ਼ੀਨਰੀ ਦੀ ਰਫ਼ਤਾਰ ਜਾਂ ਫਿਰ ਮੈਟਾਬੋਲਿਜ਼ਮ ਨੂੰ ਕਾਬੂ ਕਰਦੇ ਹਨ। ਇਹਨਾਂ ਦੀ ਮਾਤਰਾ ਵਧਣ ਦੇ ਨਾਲ ਸਾਡਾ ਮੈਟਾਬੋਲਿਜ਼ਮ ਵੱਧ ਜਾਂਦਾ ਹੈ ਅਤੇ ਘਟਣ ਦੇ ਨਾਲ ਸਾਡਾ ਮੈਟਾਬੋਲਿਜ਼ਮ ਘਟ ਜਾਂਦਾ ਹੈ। ਸਾਨੂੰ ਇਹ ਗੱਲ ਪਤਾ ਹੈ ਕਿ ਜੇਕਰ ਠੇਕੇਦਾਰ ਸੁਸਤ ਹੋਵੇ ਤਾਂ ਉਹ ਆਪਣੇ ਮਜ਼ਦੂਰਾਂ ਤੋਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਵਾ ਸਕਦਾ ਤੇ ਸਾਡੇ ਘਰ ਵਿੱਚ ਰੰਗ ਰੋਗਨ ਦਾ ਕੰਮ ਵੀ ਦੇਰੀ ਨਾਲ ਨਿਪਟੇਗਾ। ਇਸੇ ਤਰੀਕੇ ਦੇ ਨਾਲ ਜੇਕਰ ਸਾਡਾ ਥਾਇਰੋਇਡ ਗਲੈਂਡ ਸੁਸਤ ਹੋ ਜਾਵੇ, ਯਾਨੀ ਕਿ ਨਾਰਮਲ ਤੋਂ ਘੱਟ ਕੰਮ ਕਰਨ ਲੱਗ ਜਾਵੇ, ਤਾਂ ਉਸ ਵੱਲੋਂ ਛੱਡੇ ਜਾ ਰਹੇ T3 ਤੇ T4 ਹਾਰਮੋਨ ਦੀ ਮਾਤਰਾ ਘਟ ਜਾਂਦੀ ਹੈ ਤੇ ਤੁਹਾਡੇ ਸਰੀਰ ਦੀ ਕੰਮ ਕਰਨ ਦੀ ਰਫ਼ਤਾਰ ਜਾਂ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ। ਮੋਟਾਪੇ ਤੋਂ ਮੁਕਤੀ ਵੀਡੀਓ ਸੀਰੀਜ਼ ਸੀਜ਼ਨ 1 ਦੇ ਐਪੀਸੋਡ 8 ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜੇਕਰ ਕਿਸੇ ਕਾਰਨ ਤੁਹਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਤਾਂ ਉਹ ਘੱਟ ਕੈਲੋਰੀਜ਼ ਖਰਚ ਕਰੇਗਾ। ਇਹ ਬਿਲਕੁਲ ਉਸੇ ਤਰੀਕੇ ਨਾਲ ਹੈ ਕਿ ਤੁਸੀਂ 100 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀ ਕਿਸੇ ਕਾਰ ਨੂੰ ਹੌਲੀ ਕਰਕੇ 50 ਕਿਲੋਮੀਟਰ ਪ੍ਰਤੀ ਘੰਟਾ ਤੇ ਲੈ ਆਓ ਤੇ ਉਹ ਤੇਲ ਘੱਟ ਬਾਲਣ ਲੱਗ ਜਾਂਦੀ ਹੈ। ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਈਪੋਥਾਇਰੋਇਡਿਜ਼ਮ ਦੇ ਵਿੱਚ ਮੈਟਾਬੋਲਿਜ਼ਮ ਸਲੋ ਹੋਣ ਕਰਕੇ ਹੀ ਸਾਡਾ ਮੋਟਾਪਾ ਵੱਧ ਰਿਹਾ ਹੈ, ਪਰ ਗੱਲ ਇੰਨੀ ਸਿੱਧੀ ਵੀ ਨਹੀਂ ਹੈ। ਤੁਹਾਡੇ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਢਿੱਲਾ ਪੈਂਦਾ ਦੇਖ ਕੇ ਕੀ ਤੁਸੀਂ ਠੇਕੇਦਾਰ ਨੂੰ ਬੁਲਾ ਕੇ ਸਖਤੀ ਕਰਨ ਲਈ ਨਹੀਂ ਆਖੋਗੇ? ਬਿਲਕੁਲ ਆਖੋਗੇ, ਜਿਸ ਤੋਂ ਬਾਅਦ ਠੇਕੇਦਾਰ ਆਪਣੇ ਮਜ਼ਦੂਰਾਂ ਦੀ ਗਿਣਤੀ ਨੂੰ ਵਧਾ ਸਕਦਾ ਹੈ। ਇਸੇ ਤਰੀਕੇ ਨਾਲ ਜਦੋਂ ਸਾਡੇ ਸਰੀਰ ਦੇ ਵਿੱਚ T3 ਅਤੇ T4 ਹਾਰਮੋਨ ਦੀ ਮਾਤਰਾ ਘਟ ਜਾਂਦੀ ਹੈ ਤਾਂ ਸਾਡਾ ਦਿਮਾਗ ਇਸ ਗੱਲ ਨੂੰ ਭਾਂਪ ਲੈਂਦਾ ਹੈ ਅਤੇ ਉਹ ਥਾਇਰੋਇਡ ਗਲੈਂਡ ਨੂੰ ਹੁਕਮ ਜਾਰੀ ਕਰਦਾ ਹੈ ਘਟ ਰਹੇ ਥਾਇਰੋਇਡ ਹਾਰਮੋਨਸ ਦੀ ਮਾਤਰਾ ਨੂੰ ਵਧਾ ਕੇ ਨਾਰਮਲ ਕੀਤਾ ਜਾਵੇ। ਇਹ ਹੁਕਮ ਜਾਰੀ ਕਰਨ ਲਈ ਸਾਡਾ ਦਿਮਾਗ ਇੱਕ ਹੋਰ ਹਾਰਮੋਨ ਦੀ ਵਰਤੋਂ ਕਰਦਾ ਹੈ, ਜਿਸ ਦਾ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇਗਾ, TSH। ਉਹ ਕਹਿੰਦੇ ਆ ਨਾ, ਜੈਸਾ ਨਾਮ ਵੈਸਾ ਕਾਮ। TSH ਮਤਲਬ ਥਾਇਰੋਇਡ ਸਟਿਮੂਲੇਟਿੰਗ ਹਾਰਮੋਨ, ਯਾਨੀ ਕਿ ਥਾਇਰੋਇਡ ਨੂੰ ਸਹੀ ਕੰਮ ਕਰਨ ਲਈ ਸਟਿਮੂਲੇਟ ਜਾਂ ਫਿਰ ਉਤਸ਼ਾਹਿਤ ਕਰਨ ਵਾਲਾ। ਇਸੇ ਕਾਰਨ ਹਾਈਪੋਥਾਇਰੋਇਡਿਜ਼ਮ ਦੇ ਮਰੀਜ਼ਾਂ ਦੇ ਵਿੱਚ TSH ਦੀ ਮਾਤਰਾ ਵਧੀ ਹੁੰਦੀ ਹੈ, ਕਿਉਂਕਿ ਉਹ ਥਾਇਰੋਇਡ ਨੂੰ ਸਹੀ ਕੰਮ ਕਰਨ ਲਈ ਉਤਸ਼ਾਹਿਤ ਜਾਂ ਸਟਿਮੂਲੇਟ ਕਰ ਰਿਹਾ ਹੁੰਦਾ ਹੈ। ਹੁਣ ਦੋ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਜੇਕਰ TSH ਆਪਣਾ ਜ਼ੋਰ ਲਾ ਕੇ ਥਾਇਰੋਇਡ ਗਲੈਂਡ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ T3 ਅਤੇ T4 ਨਾਰਮਲ ਰੇਂਜ ਤੇ ਪਹੁੰਚ ਜਾਣਗੇ ਤੇ ਤੁਹਾਡਾ ਮੈਟਾਬੋਲਿਜ਼ਮ ਵੀ ਸਹੀ ਰਫ਼ਤਾਰ ਤੇ ਚੱਲਣ ਲੱਗ ਜਾਵੇਗਾ।
ਇਸ ਸਥਿਤੀ ਨੂੰ ਸਬ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਕਿਹਾ ਜਾਂਦਾ ਹੈ, ਜਿਸ ਦੇ ਵਿੱਚ TSH ਭਾਵੇਂ ਵਧਿਆ ਹੁੰਦਾ ਹੈ ਪਰ T3 ਅਤੇ T4 ਨਾਰਮਲ ਰੇਂਜ ਦੇ ਵਿੱਚ ਹੁੰਦੇ ਹਨ। ਕਹਿਣ ਤੋਂ ਭਾਵ ਹੈ ਕਿ TSH ਦੀ ਮਾਤਰਾ ਵਧਣ ਕਰਕੇ T3 ਅਤੇ T4 ਨਾਰਮਲ ਹੋ ਗਏ ਹਨ, ਸੋ ਤੁਹਾਡੇ ਸਰੀਰ ਦਾ ਮੈਟਾਬੋਲਿਜ਼ਮ ਵੀ ਨਾਰਮਲ ਹੈ। ਤੇ ਜੇਕਰ ਮੈਟਾਬੋਲਿਜ਼ਮ ਨਾਰਮਲ ਚੱਲ ਰਿਹਾ ਹੈ ਤਾਂ ਇਹਦਾ ਮਤਲਬ ਸਬ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਦੀ ਸਥਿਤੀ ਦੇ ਵਿੱਚ ਤੁਹਾਡੇ ਮੋਟਾਪੇ ਦਾ ਕਾਰਨ ਥਾਇਰਾਇਡ ਵਾਲੀ ਸਮੱਸਿਆ ਬਿਲਕੁਲ ਨਹੀਂ ਹੈ। ਸਰਵੇਖਣ ਵੀ ਇਹੋ ਦੱਸਦੇ ਹਨ ਕਿ ਕੱਲਾ TSH ਵਧਣ ਦੇ ਨਾਲ ਤੁਹਾਡੇ ਮੈਟਾਬੋਲਿਜ਼ਮ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਂਦਾ। ਵੈਸੇ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਪਰ ਜੇਕਰ ਡਾਕਟਰੀ ਜਾਂਚ ਦੇ ਦੌਰਾਨ ਤੁਹਾਨੂੰ ਹਾਈਪੋਥਾਇਰੋਇਡਿਜ਼ਮ ਦੇ ਕੁਝ ਹੋਰ ਲੱਛਣ ਜਿਵੇਂ ਕਿ ਥਕਾਵਟ ਰਹਿਣੀ, ਕਬਜ਼ ਹੋਣੀ ਜਾਂ ਫਿਰ ਲੋੜ ਨਾਲੋਂ ਜ਼ਿਆਦਾ ਠੰਡ ਲੱਗਣ ਵਰਗੀਆਂ ਸਮੱਸਿਆਵਾਂ ਵੀ ਆ ਰਹੀਆਂ ਹਨ ਤਾਂ ਡਾਕਟਰੀ ਸਲਾਹ ਦੇ ਹਿਸਾਬ ਨਾਲ ਦਵਾਈ ਸ਼ੁਰੂ ਕੀਤੀ ਜਾ ਸਕਦੀ ਹੈ, ਖਾਸ ਕਰ ਜੇ ਤੁਸੀਂ ਆਪਣੀ ਖੁਰਾਕ ਅਤੇ ਸਰੀਰਕ ਗਤੀਵਿਧੀ ਦੇ ਵਿੱਚ ਬਦਲਾਅ ਕਰਨ ਲਈ ਰਾਜ਼ੀ ਨਹੀਂ ਹੁੰਦੇ। ਜ਼ਿਕਰਯੋਗ ਹੈ ਕਿ ਸਰੀਰਕ ਥਕਾਵਟ ਦਾ ਬਹੁਤ ਵੱਡਾ ਕਾਰਨ ਅਸੰਤੁਲਿਤ ਖੁਰਾਕ ਵੀ ਹੋ ਸਕਦਾ ਹੈ, ਖਾਸ ਕਰਕੇ ਪ੍ਰੋਟੀਨ ਦੀ ਕਮੀ। ਹੁਣ ਦੂਸਰੀ ਸਥਿਤੀ ਬਣ ਸਕਦੀ ਹੈ ਕਿ ਤੁਹਾਡੇ ਕਹਿਣ ਦੇ ਬਾਵਜੂਦ ਵੀ ਉਹ ਠੇਕੇਦਾਰ ਨੇ ਮਜ਼ਦੂਰਾਂ ਦੀ ਗਿਣਤੀ ਨਹੀਂ ਵਧਾਈ ਤੇ ਹੁਣ ਦੀਵਾਲੀ ਤੋਂ ਪਹਿਲਾਂ ਘਰ ਦੇ ਪੇਂਟ ਦਾ ਕੰਮ ਹੋਣਾ ਮੁਸ਼ਕਿਲ ਹੀ ਜਾਪ ਰਿਹਾ ਹੈ। ਯਾਨੀ ਕਿ TSH ਦੇ ਜ਼ੋਰ ਲਾਉਣ ਦੇ ਬਾਵਜੂਦ ਥਾਇਰਾਇਡ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਿਹਾ ਤੇ T3 ਅਤੇ T4 ਨਾਰਮਲ ਰੇਂਜ ਤੋਂ ਘੱਟ ਹੀ ਰਹਿ ਗਏ ਹਨ। ਜ਼ਾਹਿਰ ਹੈ ਕਿ ਮੈਟਾਬੋਲਿਜ਼ਮ ਸਲੋ ਹੋ ਜਾਵੇਗਾ ਤੇ ਤੁਹਾਡਾ ਸਰੀਰ ਪਹਿਲਾਂ ਜਿੰਨੀ ਚਰਬੀ ਨਹੀਂ ਬਾਲ ਪਾਵੇਗਾ, ਯਾਨੀ ਕਿ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਤੇ ਇਸ ਸਥਿਤੀ ਨੂੰ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਕਿਹਾ ਜਾਂਦਾ ਹੈ, ਜਿਸ ਵਿੱਚ ਡਾਕਟਰੀ ਸਲਾਹ ਤੋਂ ਬਾਅਦ ਦਵਾਈ ਲੈਣੀ ਜ਼ਰੂਰੀ ਹੋ ਜਾਂਦੀ ਹੈ। ਸੋ ਜੇਕਰ ਤੁਹਾਡੀਆਂ ਥਾਇਰਾਇਡ ਦੀਆਂ ਰਿਪੋਰਟਸ ਦੇ ਵਿੱਚ TSH ਵਧਿਆ ਹੋਣ ਦੇ ਬਾਵਜੂਦ T3 ਅਤੇ T4 ਨਾਰਮਲ ਤੋਂ ਘੱਟ ਆ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਸਰੀਰਕ ਮਸ਼ੀਨਰੀ ਲੋੜ ਨਾਲੋਂ ਧੀਮੀ ਚੱਲ ਰਹੀ ਹੈ, ਜਿਸ ਕਰਕੇ ਤੁਹਾਡੀ ਸਰੀਰਕ ਚਰਬੀ ਸਹੀ ਤਰੀਕੇ ਨਾਲ ਨਹੀਂ ਬਲੇਗੀ ਅਤੇ ਤੁਹਾਡੇ ਮੋਟਾਪੇ ਦਾ ਕਾਰਨ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਹੋ ਸਕਦਾ ਹੈ। ਇੱਕ ਮਿੰਟ, ਸ਼ਾਇਦ ਤੁਸੀਂ ਆਪਣਾ ਫੈਸਲਾ ਸੁਣਾਉਣ ਦੇ ਵਿੱਚ ਕਾਹਲੀ ਕਰ ਰਹੇ ਹੋ। ਕੀ ਤੁਹਾਨੂੰ ਸੱਚੀਓ ਲੱਗਦਾ ਹੈ ਕਿ ਅੱਜ ਤੱਕ ਤੁਹਾਡਾ ਜਿੰਨਾ ਵੀ ਭਾਰ ਵਧਿਆ ਹੈ ਉਹ ਸਿਰਫ ਹਾਈਪੋਥਾਇਰੋਇਡਿਜ਼ਮ ਕਰਕੇ ਹੈ ਜਾਂ ਫਿਰ ਇੱਕ ਬਹਾਨੇਬਾਜ਼ੀ ਹੈ? ਉਦਾਹਰਨ ਨਾਲ ਸਮਝਦੇ ਹਾਂ। ਮੰਨ ਲਓ ਕਿ ਇੱਕ ਔਰਤ ਨੂੰ ਹਾਈਪੋਥਾਇਰੋਇਡਿਜ਼ਮ ਹੈ, ਉਸ ਦਾ ਕੱਦ 5 ਫੁੱਟ 3 ਇੰਚ ਹੈ ਪਰ ਉਸ ਦਾ ਵਜ਼ਨ 80 ਕਿਲੋ ਦੇ ਕਰੀਬ ਹੈ। ਕੱਦ ਦੇ ਮੁਤਾਬਿਕ ਉਸ ਦਾ ਭਾਰ 55 ਕਿਲੋ ਹੋਣਾ ਚਾਹੀਦਾ ਹੈ, ਪਰ ਉਸ ਦਾ ਇਸ ਤੋਂ ਲਗਭਗ 25 ਕਿਲੋ ਵੱਧ ਯਾਨੀ ਕਿ 80 ਕਿਲੋ ਹੈ। ਕੀ ਤੁਸੀਂ ਇਹ ਗੱਲ ਪੱਕੇ ਤੌਰ ਤੇ ਕਹਿ ਸਕਦੇ ਹੋ ਕਿ ਉਸ ਦਾ ਪੂਰਾ 25 ਕਿਲੋ ਵਜ਼ਨ ਜੋ ਕਿ ਲੋੜ ਨਾਲੋਂ ਵੱਧ ਹੈ ਉਹ ਸਿਰਫ ਹਾਈਪੋਥਾਇਰੋਇਡਿਜ਼ਮ ਦੇ ਕਰਕੇ ਵਧਿਆ ਹੈ ਜਾਂ ਫਿਰ ਉਸ ਦੀ ਖੁਰਾਕ ਦੇ ਵਿੱਚ ਵੀ ਕੋਈ ਗੜਬੜੀ ਹੈ? ਸੱਚ ਕਹਾਂ ਤਾਂ ਹਾਈਪੋਥਾਇਰੋਇਡਿਜ਼ਮ ਦੇ ਸੈਂਕੜੇ ਮਰੀਜ਼ਾਂ ਦੀ ਖੁਰਾਕ ਨੂੰ ਦੇਖਣ ਤੋਂ ਬਾਅਦ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਵੇਂ ਉਹਨਾਂ ਦੀ ਖੁਰਾਕ ਸੰਤੁਲਿਤ ਹੋਣ ਤੋਂ ਕੋਹਾਂ ਦੂਰ ਹੋਵੇ ਪਰ ਮੋਟਾਪੇ ਦਾ ਸਾਰਾ ਇਲਜ਼ਾਮ ਸਿਰਫ ਥਾਇਰਾਇਡ ਤੇ ਲਗਾਇਆ ਜਾਂਦਾ ਹੈ। ਸ਼ਾਇਦ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋਵੋ, ਪਰ ਸਰਵੇਖਣ ਇਹ ਦੱਸਦੇ ਹਨ ਕਿ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਦੇ ਵਿੱਚ ਵੀ ਤੁਹਾਡਾ ਮੈਟਾਬੋਲਿਜ਼ਮ ਸਿਰਫ 8% ਘਟਦਾ ਹੈ, ਯਾਨੀ ਕਿ ਇੱਕ ਆਮ ਇਨਸਾਨ ਦੇ ਨਾਲੋਂ ਹਾਈਪੋਥਾਇਰੋਇਡਿਜ਼ਮ ਦਾ ਮਰੀਜ਼ 200 ਕੈਲੋਰੀ ਘੱਟ ਖਰਚ ਕਰਦਾ ਹੈ, ਜੋ ਕਿ ਬੜੇ ਆਰਾਮ ਨਾਲ 2 ਰੋਟੀਆਂ ਘਟਾ ਕੇ ਠੀਕ ਕੀਤਾ ਜਾ ਸਕਦਾ ਹੈ। ਅਤੇ ਦੂਜੇ ਪਾਸੇ ਜੇਕਰ ਤੁਸੀਂ ਲੀਵੋਥਾਇਰੋਕਸਿਨ ਵਰਗੀ ਦਵਾਈ ਦੀ ਸਹੀ ਮਾਤਰਾ ਲੈ ਰਹੇ ਹੋ ਤਾਂ ਇਹ ਫਰਕ ਵੀ ਬਿਲਕੁਲ ਖਤਮ ਹੋ ਜਾਂਦਾ ਹੈ, ਕਿਉਂਕਿ ਦਵਾਈ ਦੇ ਵਿੱਚ ਵੀ ਥਾਇਰੋਕਸਿਨ ਹਾਰਮੋਨ ਹੀ ਹੁੰਦਾ ਹੈ। ਜੇ ਹਾਰਮੋਨ ਅੰਦਰੋਂ ਨਹੀਂ ਬਣ ਰਹੇ ਤਾਂ ਅਸੀਂ ਦਵਾਈ ਦੇ ਰੂਪ ਵਿੱਚ ਹਾਰਮੋਨ ਬਾਹਰੋਂ ਦੇ ਦਿੰਦੇ ਹਾਂ, ਜਿਸ ਨਾਲ ਮੈਟਾਬੋਲਿਜ਼ਮ ਨਾਰਮਲ ਤੇ ਆ ਜਾਂਦਾ ਹੈ ਤੇ ਤੁਹਾਡਾ ਮੋਟਾਪਾ ਵਧਣ ਦਾ ਕਾਰਨ ਕੋਈ ਨਹੀਂ ਬਚਦਾ। ਸੋ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਦੇ ਵਿੱਚ ਤੁਹਾਡਾ ਭਾਰ ਲੋੜ ਨਾਲੋਂ 3 ਜਾਂ 4 ਕਿਲੋ ਤਾਂ ਵੱਧ ਸਕਦਾ ਹੈ, ਪਰ ਜੇਕਰ ਤੁਹਾਡਾ ਭਾਰ ਉਸ ਤੋਂ ਜ਼ਿਆਦਾ ਵਧਿਆ ਹੈ ਤਾਂ ਉਸ ਦਾ ਕਾਰਨ ਹਾਈਪੋਥਾਇਰੋਇਡਿਜ਼ਮ ਨਹੀਂ, ਤੁਹਾਡੀ ਖੁਰਾਕ ਅਤੇ ਕਸਰਤ ਦੇ ਪ੍ਰਤੀ ਬਣੀਆਂ ਹੋਈਆਂ ਗੜਬੜੀ ਵਾਲੀਆਂ ਆਦਤਾਂ ਹਨ। ਸੋ ਜੇਕਰ ਤੁਸੀਂ ਮੋਟਾਪੇ ਤੋਂ ਮੁਕਤੀ ਸੀਜ਼ਨ 1 ਦੇ ਹਿਸਾਬ ਨਾਲ ਦੱਸੀ ਗਈ ਖੁਰਾਕ ਦੀ ਪਾਲਣਾ ਕਰਨੀ ਸ਼ੁਰੂ ਕਰਦੇ ਹੋ ਤੇ ਇਸ ਦੇ ਨਾਲ ਹੀ ਕੋਈ ਨਾ ਕੋਈ ਕਸਰਤ ਕਰਨੀ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਮੈਟਾਬੋਲਿਜ਼ਮ ਵੱਧ ਸਕਦਾ ਹੈ। ਸਹੀ ਖੁਰਾਕ ਅਤੇ ਕਸਰਤ ਸ਼ੁਰੂ ਕਰਨ ਦੇ ਨਾਲ ਤੁਹਾਡੀ ਦਵਾਈ ਦੀ ਡੋਜ਼ ਘਟਾਈ ਜਾ ਸਕਦੀ ਹੈ, ਜੋ ਕਿ ਮੇਰੇ ਕਾਫੀ ਸਾਰੇ ਪੇਸ਼ੈਂਟਸ ਨਾਲ ਹੋ ਚੁੱਕਿਆ ਹੈ। ਸੋ ਖੁਰਾਕ ਅਤੇ ਕਸਰਤ ਦੇ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਮੇਰੇ ਵੱਲੋਂ ਲਿਖੀ ਗਈ ਕਿਤਾਬ ਮੋਟਾਪੇ ਤੋਂ ਮੁਕਤੀ ਪੜ੍ਹ ਸਕਦੇ ਹੋ ਜਾਂ ਫਿਰ ਇਸ ਨੰਬਰ ਤੇ ਕਾਲ ਕਰਕੇ ਆਪਣੇ ਲਈ ਇੱਕ ਕਸਟਮਾਈਜ਼ਡ ਡਾਈਟ ਪਲਾਨ ਵੀ ਬਣਵਾ ਸਕਦੇ ਹੋ। ਹਾਈਪੋਥਾਇਰੋਇਡਿਜ਼ਮ ਦੇ ਬਾਰੇ ਹਜੇ ਬਹੁਤ ਸਾਰੇ ਸਵਾਲ ਬਾਕੀ ਹਨ, ਜਿਵੇਂ ਕਿ ਭਾਰਤ ਦੇ ਵਿੱਚ ਹਾਈਪੋਥਾਇਰੋਇਡਿਜ਼ਮ ਦੇ ਕੀ ਕਾਰਨ ਹਨ ਤੇ ਉਹਨਾਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਹਾਈਪੋਥਾਇਰਾਇਡ ਦੇ ਮਰੀਜ਼ ਨੂੰ ਕਿਸ ਤਰ੍ਹਾਂ ਦੀ ਖੁਰਾਕ ਖਾਣੀ ਚਾਹੀਦੀ ਹੈ ਤੇ ਕਿੰਨਾ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਆਵਾਂਗੇ ਇਸ ਵੀਡੀਓ ਦੇ ਪਾਰਟ
2 ਦੇ ਵਿੱਚ। ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਆਪਣੇ ਦੋਸਤ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰੋ। ਹੋ ਸਕਦਾ ਹੈ ਕਿਸੇ ਹਾਈਪੋਥਾਇਰੋਇਡਜ਼ਮ ਦੇ ਮਰੀਜ਼ ਦਾ ਭਲਾ ਹੋ ਜਾਵੇ। ਸੋ ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਪੋਰਟ ਜ਼ਰੂਰ ਕਰੋ। ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ।